ਸਤਿ ਸ਼੍ਰੀ ਅਕਾਲ ਜੀ। ਤੁਸੀਂ ਉਡਾਰੀ ਵਿਦੇਸ਼ਾਂ ਨੂੰ ਦੇਖ ਰਹੇ ਹੋ ਤੇ ਮੈਂ ਹਾਂ ਮਨਦੀਪ ਤੇ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਪ੍ਰੋਗਰਾਮ ਐਕਸਪਰਟਸ ਨੂੰ ਲੈ ਕੇ ਜੁੜਿਆ ਹੋਇਆ। ਹਮੇਸ਼ਾ ਅਸੀਂ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਔਰ ਬਾਕੀ ਅਲੱਗ-ਅਲੱਗ ਕੈਟਾਗਰੀਜ਼ ਦੀ ਗੱਲਬਾਤ ਕਰਦੇ ਹਾਂ ਤੇ ਹਰ ਵਾਰ ਮੇਰੇ ਨਾਲ ਐਕਸਪਰਟ ਮੌਜੂਦ ਹੁੰਦੇ ਨੇ ਜਿਹੜੇ ਸਰਟੀਫਾਈਡ ਹੁੰਦੇ ਨੇ, ਐਫੀਲੀਏਟਡ ਹੁੰਦੇ ਨੇ ਕਿਸੇ ਨਾ ਕਿਸੇ ਮੁਲਕ ਵੱਲੋਂ, ਜਿਹੜੇ ਕਿ ਤੁਹਾਨੂੰ ਸਹੀ ਗਾਈਡਲਾਈਨ ਦਿੰਦੇ ਨੇ। ਸੋ ਲੜੀ ਨੂੰ ਅੱਗੇ ਤੋਰਦੇ ਇੱਕ ਵਾਰੀ ਫਿਰ ਤੋਂ ਮੇਰੇ ਨਾਲ ਜੁੜੇ ਨੇ ਜੀ ਓਮ ਗਲੋਬਲ ਤੋਂ ਮਿਸਟਰ ਰਿੱਕੀ ਸੰਧੂ ਜੀ। ਮੰਚ ਤੇ ਉੱਪਰ ਆਉਣ ਲਈ ਤੁਹਾਡਾ ਬਹੁਤ-ਬਹੁਤ ਵੈਲਕਮ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਰੁਝੇ ਵਿੱਚ ਸਮਾਂ ਦੇਣ ਲਈ ਉਸ ਤੋਂ ਵੀ ਜ਼ਿਆਦਾ ਧੰਨਵਾਦ। ਥੈਂਕ ਯੂ ਜੀ। ਸੋ ਸਕੈਜੂਲ ਬਹੁਤ ਬਿਜ਼ੀ ਚੱਲ ਰਿਹਾ ਹੈ। 10 ਅਗਸਤ ਵਾਲੀ ਅਪਡੇਟ ਤੋਂ ਬਾਅਦ ਹੁਣ ਲਗਾਤਾਰ ਰਸ਼ ਜਿਹੜਾ ਹੈ ਜਿਹੜੇ ਐਕਸਪਰਟਸ ਨੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਵੱਧ ਗਿਆ ਹੈ, ਕਿਉਂਕਿ ਜਿੱਦਾਂ ਅਸੀਂ ਪਿਛਲੇ ਸ਼ੋਅ 'ਚ ਵੀ ਡਿਸਕਸ ਕੀਤਾ ਸੀ ਕਿ ਸਟੂਡੈਂਟਸ ਦੇ ਹਿੱਤ ਦੀ ਗੱਲ ਹੋਈ ਹੈ। ਹੁਣ ਵੱਡੇ ਪੱਧਰ ਦੇ ਉੱਪਰ ਹੋਰ ਕੈਨੇਡਾ ਵੀਜ਼ਾ ਅਪਰੂਵ ਕਰੇਗਾ। ਇਸ ਦਾ ਪ੍ਰਭਾਵ ਅਲੱਗ-ਅਲੱਗ ਕੈਟਾਗਰੀ ਦੇ ਉੱਪਰ ਵੀ ਜ਼ਰੂਰ ਪਏਗਾ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕੈਨੇਡਾ ਜਾਣ ਨੂੰ ਲੈ ਕੇ ਅਸੀਂ ਡਿਸਕਸ ਤਾਂ ਕਰਨਾ ਹੀ ਹੈ। ਅੰਤ ਤੱਕ ਸਾਡੇ ਨਾਲ ਤੁਸੀਂ ਜੁੜੇ ਰਹਿਣਾ ਹੈ। ਖਾਸ ਤੌਰ ਤੇ ਅਸੀਂ ਸਪਾਊਸ ਐਪਲੀਕੈਂਟ ਨੂੰ ਜ਼ਰੂਰ ਟਾਰਗੇਟ ਕਰਾਂਗੇ। ਜਿਹੜੇ ਵੀ ਸਪਾਊਸ ਐਪਲੀਕੈਂਟ ਆਪਣੇ ਮੇਨ ਐਪਲੀਕੈਂਟ ਦੇ ਨਾਲ ਕੈਨੇਡਾ ਮੂਵ ਕਰਨਾ ਚਾਹੁੰਦੇ ਨੇ, ਕਿੰਨੇ ਕੁ ਆਪਸ਼ਨਸ ਨੇ, ਕਿਉਂਕਿ ਪਿਛਲੇ ਸ਼ੋਅ 'ਚ ਵੀ ਅਸੀਂ ਚਰਚਾ ਕੀਤੀ ਸੀ ਕਿ ਆਪਸ਼ਨਸ ਜਿਹੜੀਆਂ ਨੇ ਹੁਣ ਵੱਧ ਗਈਆਂ ਨੇ। ਕਿਸ ਤਰੀਕੇ ਦੀਆਂ ਆਪਸ਼ਨਸ ਹੈ, ਕਿਹੜੇ-ਕਿਹੜੇ ਨਵੇਂ ਰੂਲਸ ਨੇ, ਇਹ ਰੂਲ ਸਪਾਊਸ ਦੇ ਉੱਪਰ ਕਿਵੇਂ ਇੰਪਲੀਮੈਂਟ ਹੋਣਗੇ, ਉਹਦੇ ਬਾਰੇ ਮੈਂ ਰਿੱਕੀ ਜੀ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੂੰਗੀ। ਸੋ ਮੰਚ ਤੇ ਸੱਦਾ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਵਿਊਵਰਸ ਦਾ ਬਹੁਤ ਧੰਨਵਾਦ। ਤੁਸੀਂ ਸੁਣਦੇ ਹੋ, ਤੁਸੀਂ ਪਿਆਰ ਦਿੰਦੇ ਹੋ ਤੇ ਇਹ ਮੰਚ ਦਾ, ਇਹ ਟੈਕਨੀਕਲ ਟੀਮ ਦਾ ਤੇ ਤੁਹਾਡਾ ਧੰਨਵਾਦ ਕਿ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਆਪਣੀ ਆਵਾਜ਼ ਜੋ ਅੰਬੈਸੀ ਦੀ ਇਨਫੋਰਮੇਸ਼ਨ ਹੈ ਉਹ ਸਟੂਡੈਂਟ ਤੱਕ ਸਿੱਧੇ ਮਾਧਿਅਮ ਰਾਹੀਂ ਤੁਹਾਡੇ ਤੱਕ ਪਹੁੰਚਾ ਪਾਉਂਦੇ ਹਾਂ। ਸਪਾਊਸ ਵੀਜ਼ਾ ਐਪਲੀਕੇਸ਼ਨ ਦੀ ਗੱਲ ਕਰਦੇ ਹੋ, ਹਜੇ ਵੀ ਏਜੰਟਸ ਨੂੰ ਇਸ ਚੀਜ਼ ਦੇ ਉੱਤੇ ਨੌਲੇਜ ਨਹੀਂ ਹੈਗੀ। ਏਜੰਟਸ ਇਸ ਚੀਜ਼ ਦੇ ਉੱਤੇ ਸੈਟਿਸਫਾਈ ਨਹੀਂ ਹੈਗੇ ਇਨਫੋਰਮੇਸ਼ਨ ਨੂੰ ਲੈ ਕੇ। ਤੇ ਸਪਾਊਸ ਐਪਲੀਕੇਸ਼ਨਸ ਕੈਨੇਡਾ ਦੇ ਉੱਪਰ ਕੋਈ ਨਹੀਂ ਬੋਲਦਾ, ਸਿਰਫ ਓਮ ਗਲੋਬਲ ਪ੍ਰਮੋਸ਼ਨਸ ਵੀ ਕਰ ਰਿਹਾ। ਓਮ ਗਲੋਬਲ ਬੋਲਦਾ ਵੀ ਹੈ ਤੇ ਓਮ ਗਲੋਬਲ ਨੇ ਵੀਜ਼ਾਸ ਵੀ ਲਏ ਹੈ। ਕੈਨੇਡਾ ਸਪਾਊਸ ਵੀਜ਼ਾ, ਜਿਹੜੇ ਵੀ ਐਪਲੀਕੈਂਟ ਐਸੇ ਹੈ ਕਿ ਹਸਬੈਂਡ ਦੇ ਨਾਲ, ਵਾਈਫ ਦੇ ਨਾਲ ਜਾਂ ਆਪਣੇ ਪਰਿਵਾਰ ਸਮੇਤ ਕਿਡ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ ਕੈਨੇਡਾ ਸਪਾਊਸ ਵੀਜ਼ਾ ਤੇ ਖਾਸ ਸ਼ੋਅ ਉਹਨਾਂ ਵਿਦਿਆਰਥੀਆਂ ਦੇ ਵਾਸਤੇ ਹੋ ਰਿਹਾ ਜੀ। ਸੋ ਜਿਹੜੇ ਵੀ ਤੁਸੀਂ ਆਪਣੇ ਜ਼ਰੂਰੀ ਕੰਮ ਕਰ ਰਹੇ ਹੋ ਥੋੜੀ ਦੇਰ ਬਾਅਦ ਕਰ ਲਿਓ, ਇਹ ਸ਼ੋਅ ਦੇਖਿਆ ਜਾਵੇ, ਇਹਦੇ ਵਿੱਚ ਬਹੁਤ ਨੌਲੇਜ ਦੇਖਣ ਨੂੰ ਮਿਲੇਗੀ। ਰਾਈਟ, ਅਗਲੇ 20 ਤੋਂ 25 ਮਿੰਟ ਤੱਕ ਅਸੀਂ ਤੁਹਾਡੇ ਨਾਲ ਜੁੜੇ ਰਵਾਂਗੇ। ਸੋ ਅਸੀਂ ਜਿਵੇਂ ਆਫ ਕੈਮਰਾ ਵੀ ਡਿਸਕਸ ਕਰ ਰਹੇ ਸੀ, ਹੈ ਨਾ, ਬਹੁਤ ਸਾਰੇ ਕੰਸਲਟੈਂਟ ਹੈ ਜਿਨ੍ਹਾਂ ਨਾਲ ਅਸੀਂ ਟੀਵੀ ਸ਼ੋਅ ਕਰਦੇ ਹਾਂ, ਲੇਕਿਨ ਕੈਨੇਡਾ ਦੇ ਜਦੋਂ ਗੱਲ ਆਉਂਦੀ ਹੈ, ਸਪਾਊਸ ਐਪਲੀਕੈਂਟ ਦੀ ਗੱਲ ਆਵੇ ਤਾਂ ਕਦੇ ਆਸਟ੍ਰੇਲੀਆ ਰਿਕਮੈਂਡ ਕੀਤਾ ਜਾਂਦਾ ਹੈ, ਕਦੇ UK, ਕਦੇ ਨਿਊਜ਼ੀਲੈਂਡ ਰਿਕਮੈਂਡ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਦੀ ਐਲੀਜੀਬਿਲਟੀ ਵੀ ਉਹਨਾਂ ਦੀ ਅਕੋਰਡਿੰਗ ਅਲੱਗ-ਅਲੱਗ ਹੈਗੀ ਹੈ। ਕੈਨੇਡਾ ਹਮੇਸ਼ਾ ਸਿੰਗਲ ਐਪਲੀਕੈਂਟ ਨੂੰ ਹੀ ਰਿਕਮੈਂਡ ਕੀਤਾ ਗਿਆ ਕਿ ਸਿੰਗਲ ਜਾਓ, ਬਾਅਦ 'ਚ ਜਾ ਕੇ ਤੁਸੀਂ ਆਪਣੇ ਸਪਾਊਸ ਨੂੰ ਇਨਵਾਈਟ ਕਰ ਲਓ। ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਇਕੱਠੇ ਭੇਜਾਂਗੇ, ਵਿਦ ਕਿਡ ਭੇਜਾਂਗੇ। ਤੁਹਾਡੇ ਕੋਲ ਕਿਹੜੀ ਗਿੱਦੜ ਸਿੰਘੀ ਹੈ ਵੀ ਤੁਸੀਂ ਇਕੱਠੇ ਭੇਜ ਦੋਗੇ? ਗਿੱਦੜ ਸਿੰਘੀ ਕੋਈ ਨਹੀਂ ਹੈ ਜੀ, ਸਾਡੇ ਕੋਲ ਨੌਲੇਜ ਹੈ, ਸਾਡੇ ਕੋਲ ਮਿਹਨਤ ਹੈ। ਰਾਈਟ, ਰਾਤਾਂ ਜਾਗ ਕੇ ਅਸੀਂ ਕੰਮ ਕਰਦੇ ਹਾਂ, ਆਪਣੀਆਂ ਅੱਖਾਂ ਕਾਲੀਆਂ ਕਰਦੇ ਹਾਂ ਕਿ ਸਟੂਡੈਂਟ ਨੂੰ ਰਾਈਟ ਟਰੈਕ ਦੇ ਉੱਤੇ ਪਹੁੰਚਾ ਸਕੇ। ਸਾਡਾ ਕੰਮ ਇੰਟਰਨੈਸ਼ਨਲ ਸਟੂਡੈਂਟ ਰਿਕਰੂਟਮੈਂਟ ਦਾ ਹੈ, ਜਿਹਨੂੰ ਐਜੂਕੇਸ਼ਨ ਕੰਸਲਟੈਂਟ ਪੂਰਾ ਕਰਦਾ ਹੈ। ਉਹ ਕੈਨੇਡਾ ਦੇ ਵਿੱਚ, ਜਾਂ ਅਗਰ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ, ਕਾਨੂੰਨਾਂ ਦੇ ਤਹਿਤ ਜੋ ਕੈਨੇਡਾ ਦੇ ਕਾਨੂੰਨ ਕਹਿੰਦੇ, ਜੋ ਕੈਨੇਡਾ ਦੀ ਐਮਬੈਸੀ ਕਹਿੰਦੀ ਹੈ, ਇਮੀਗ੍ਰੇਸ਼ਨ ਕਹਿੰਦੀ ਹੈ, ਉਹ ਰੂਲ ਦੇ ਤਹਿਤ ਅਸੀਂ ਐਪਲੀਕੇਸ਼ਨ ਨੂੰ ਸਬਮਿਟ ਕਰਦੇ ਹਾਂ ਜੀ। ਬਾਕੀ ਏਜੰਟਾਂ ਬਾਰੇ ਮੈਂ ਨਹੀਂ ਕਹਿੰਦਾ। ਅੱਜ ਤੋਂ 1 ਸਾਲ ਕਰੀਬ ਪਹਿਲੇ ਜੁਲਾਈ 2022 ਦੇ ਵਿੱਚ ਕੈਨੇਡੀਅਨ ਗਵਰਨਮੈਂਟ ਵੱਲੋਂ ਇੱਕ ਅਪਡੇਟ ਆਉਂਦੀ ਹੈ, ਜਿਹਦੇ ਵਿੱਚ ਸਾਫ਼-ਸਾਫ਼ ਵੈਬਸਾਈਟ ਦੇ ਉੱਪਰ ਲਿਖਿਆ ਜਾਂਦਾ ਹੈ ਕਿ ਤੁਸੀਂ ਹੁਣ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ, ਕਿਡ ਨੂੰ ਨਾਲ ਲੈ ਕੇ ਜਾ ਸਕਦੇ ਹੋ। ਪ੍ਰਮੋਸ਼ਨ ਨਾ ਹੋਣ ਦਾ ਬਹੁਤ ਵੱਡਾ ਕਾਰਨ ਹੈ। ਪਹਿਲੀ ਗੱਲ ਇਹ ਹੈ ਕਿ ਜਿਹੜੇ ਤੁਰੇ ਫਿਰੇ ਏਜੰਟ ਦਫ਼ਤਰ ਖੋਲ ਕੇ ਬਹਿ ਗਏ ਨੇ, ਜਾਂ ਜਿਹੜੇ ਐਸੇ ਏਜੰਟ ਨੇ ਕੈਨੇਡਾ ਸਪਾਊਸ ਦਾ ਕੰਮ ਨਹੀਂ ਆਂਦਾ, ਉਹ ਕੈਨੇਡਾ ਦੀ ਭੰਡੀ ਕਰਦੇ। ਜਿਹੜਾ ਆਸਟ੍ਰੇਲੀਆ ਕਰਦਾ ਉਹ ਆਸਟ੍ਰੇਲੀਆ ਨੂੰ ਹੀ ਅੱਗੇ ਕਰ ਰਿਹਾ, ਉਹ ਕੈਨੇਡਾ ਦੀ ਗੱਲ ਨਹੀਂ ਕਰਦਾ। ਜਿਹੜਾ UK ਕਰਦਾ ਉਹ ਕੋਈ ਆਪਣੇ ਆਪ ਨੂੰ ਕੋਈ ਵੀਜ਼ਾ ਦਾ ਐਕਸਪਰਟ ਕਹਿੰਦਾ, ਕੋਈ ਕਿੰਗ ਕਹਿੰਦਾ, ਕੋਈ ਰਾਜਾ ਕਹਿੰਦਾ, ਕੋਈ ਕੁਛ ਵੀ ਕਹਿੰਦਾ। ਬਟ ਅਸੀਂ ਨਾ ਅੱਜ ਗੱਲ ਕਰਦੇ ਕੈਨੇਡਾ ਦੀ, ਨਾ ਕਰਦੇ UK ਦੀ, ਨਾ ਕਰਦੇ ਆਸਟ੍ਰੇਲੀਆ ਦੀ। ਅਸੀਂ ਗੱਲ ਕਰਾਂਗੇ ਬੱਚੇ ਦੀ, ਕਿ ਬੱਚੇ ਦੀ ਐਲੀਜੀਬਿਲਟੀ ਕਿਹੜੀ ਕੰਟਰੀ ਦੇ ਵਿੱਚ ਬਣਦੀ ਹੈ ਤੇ ਉਸ ਵਿੱਚ ਉਹਨੂੰ ਭੇਜਿਆ ਜਾਵੇ। ਡ੍ਰੀਮ ਡੈਸਟੀਨੇਸ਼ਨ ਜਿਹੜੀ ਕੈਨੇਡਾ। ਕਿਉਂ ਡ੍ਰੀਮ ਡੈਸਟੀਨੇਸ਼ਨ ਕੈਨੇਡਾ? ਕਿਉਂਕਿ PR ਅਗਰ ਵਰਲਡ ਦੀ ਗੱਲ ਕਰੀਏ, ਸਭ ਤੋਂ ਫਾਸਟ PR ਕੈਨੇਡਾ ਦੀ ਹੁੰਦੀ ਹੈ। ਇਸ ਕਰਕੇ ਸਟੂਡੈਂਟ ਦਾ ਰੁਝਾਨ ਵੀ ਕਿਤੇ ਨਾ ਕਿਤੇ ਕੈਨੇਡਾ ਵੱਲ ਰਹਿੰਦਾ। ਸੋ ਜਦੋਂ ਐਮਬੈਸੀ ਕਹਿੰਦੀ ਹੈ ਸਪਾਊਸ ਨਾਲ ਲਾ ਸਕਦੇ ਆ, ਕਸੂਰ ਉਹਨਾਂ ਦਾ ਵੀ ਨਹੀਂ ਹੈਗਾ, ਕਿਉਂਕਿ ਜਿੱਥੇ ਬੇਸਿਕ ਇਨਫੋਰਮੇਸ਼ਨ ਖਤਮ ਹੁੰਦੀ ਉੱਥੇ ਐਡਵਾਂਸ ਸ਼ੁਰੂ ਹੋ ਜਾਂਦੀ ਹੈ। ਐਡਵਾਂਸ ਲੈਵਲ ਤੇ ਕੋਈ ਪਹੁੰਚਿਆ ਨਹੀਂ ਹੈ। ਅੱਜ ਜਿਹੜਾ ਬੰਦਾ ਕੈਨੇਡਾ ਕਰਨਾ ਸ਼ੁਰੂ ਕੀਤਾ, ਉਹਨੂੰ ਸਟੂਡੈਂਟ ਵੀਜ਼ਾ ਦਾ ਨਹੀਂ ਪਤਾ। ਅੱਜ ਉਹ ਬੰਦਾ ਦਫ਼ਤਰ ਖੋਲ ਕੇ ਬਹਿ ਗਿਆ। ਜਦੋਂ ਬੱਚਾ ਜਾਂਦਾ ਨਾ ਇਨਫੋਰਮੇਸ਼ਨ ਲੈਣ ਕਿ ਭਾਜੀ ਕਿਹੜੇ ਕੋਰਸ ਮਿਲਣਗੇ, ਕਿਹੜੇ ਕਾਲਜ ਮਿਲਣਗੇ, ਡਾਕੂਮੈਂਟ ਰੱਖ ਲੈਂਦੇ, ਕਹਿੰਦੇ ਅਸੈਸਮੈਂਟ ਕਰਾ ਕੇ ਬਤਾਏਂਗੇ, ਆਪਕੋ ਅੱਜ ਨਹੀਂ ਆਪਕੋ ਕੱਲ ਬਤਾਏਂਗੇ। ਉੱਥੇ ਨੌਲੇਜ ਦੀ ਕਮੀ ਹੈ। ਅੱਜ ਤੁਸੀਂ ਕਹਿੰਦੇ ਹੋ ਪੈਕੇਜ ਕਰ ਲਾਂਗੇ, ਸੌਖਾ ਜਿਹਾ ਕੰਮ ਹੈ ਜੀ, ਤੁਹਾਡੇ ਨਾਲ ਹੋ ਗਿਆ ਪੈਕੇਜ।
ਅਸੀਂ ਕਾਲਜ ਸਿਲੈਕਟ ਕਰਾਂਗੇ, ਅਸੀਂ ਕੋਰਸ ਸਿਲੈਕਟ ਕਰਾਂਗੇ, ਤੁਹਾਡੇ ਕੋਲ ਪੈਸੇ ਲਾਂਗੇ ਵੀਜ਼ਾ ਲੱਗਣ ਤੋਂ ਬਾਅਦ, ਬਟ ਇਨਫੋਰਮੇਸ਼ਨ ਦੀ ਗੱਲ ਹੀ ਨਹੀਂ ਹੁੰਦੀ। ਠੀਕ ਹੈ। ਸਪਾਊਸ ਦੀ ਐਪਲੀਕੇਸ਼ਨ ਦੇ ਉੱਤੇ ਅਪਡੇਸ਼ਨ ਦਿੱਤੀ ਐਮਬੈਸੀ ਨੇ ਕਿ ਤੁਸੀਂ ਨਾਲ ਲਾ ਸਕਦੇ, ਬਟ ਪ੍ਰੋਮੋਸ਼ਨ ਕਿਉਂ ਨਹੀਂ ਹੁੰਦੀ? ਮੇਨ ਕਾਰਨ ਟੈਕਨੀਕਲ ਜਾਂ ਆਨਸਰ ਇਹਦਾ, ਕਿਉਂਕਿ ਕੈਨੇਡਾ ਨੇ ਕੋਈ ਚੈੱਕਲਿਸਟ ਹੀ ਜਾਰੀ ਨਹੀਂ ਕੀਤੀ ਹਜੇ ਤੱਕ ਕਿ ਸਪਾਊਸ ਵੀਜ਼ਾ ਐਪਲੀਕੇਸ਼ਨ ਇਕੱਠੀ ਕਰਨੀ ਹੈ, ਕਿਹੜੇ ਕਾਗਜ਼ ਲੱਗਣਗੇ। ਠੀਕ ਹੈ। ਸੋ ਉਹਦੀ ਨੌਲੇਜ ਨਾ ਹੋਣ ਕਰਕੇ ਕੋਈ ਪ੍ਰੋਮੋਸ਼ਨ ਨਹੀਂ ਕਰ ਰਿਹਾ। ਅਸੀਂ ਉਸ ਚੀਜ਼ ਦੇ ਉੱਤੇ ਬਤੌਰ ਐਜ਼ ਅ ਐਜੂਕੇਸ਼ਨ ਕੰਸਲਟੈਂਟ, ਬਤੌਰ ਕੈਨੇਡਾ ਸਾਡੀ ਲਾਅ ਟੀਮ, ਕੈਨੇਡਾ IRCC ਦਾ ਪੈਨਲ ਹੈ ਸਾਡਾ, ਇਮੀਗ੍ਰੇਸ਼ਨ ਲਾਇਰਸ ਜਿਹੜੇ ਹੈ, ਸਰਕਾਰੀ ਵਕੀਲ ਕੈਨੇਡਾ ਦੇ ਜਿਨ੍ਹਾਂ ਨੇ ਲਾਅ ਪੜ੍ਹਿਆ, ਉਹ ਟੀਮ ਕੰਬਾਈਨ ਹੋ ਕੇ ਅਸੀਂ ਕੰਮ ਕੀਤਾ। ਉਹ ਚੈੱਕਲਿਸਟ ਸਾਨੂੰ ਪਤਾ ਹੈ ਕਿ ਕਿਹੜੇ ਕਾਗਜ਼ ਲੱਗਣੇ, ਕਿਸ ਤਰੀਕੇ ਨਾਲ ਲੱਗਣੇ, ਕਿ ਸਪਾਊਸ ਵੀਜ਼ਾਸ ਅਪਲਾਈ ਵੀ ਹੋਣਗੇ। ਤੇ ਮੰਚ ਤੇ ਆਲਰੇਡੀ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਹੈ, ਮੰਚ ਤੇ ਵੀ ਦੱਸਣਾ ਚਾਹੂੰਗਾ ਕਿ ਸਪਾਊਸ ਵੀਜ਼ਾ ਸਭ ਤੋਂ ਜ਼ਿਆਦਾ ਹੋਮ ਗਲੋਬਲ ਨੇ ਹਾਸਲ ਕੀਤੇ, ਚਾਹੇ ਉਹ 50% ਮਾਰਕਸ ਦੇ ਨਾਲ ਸੀਗੇ, ਚਾਹੇ ਉਹ ਸਪਾਊਸ ਉਹਦਾ 10th ਪਾਸ ਸੀਗਾ ਉਹਦੇ ਨਾਲ ਹੈ, ਚਾਹੇ ਨਵਾਂ ਵਿਆਹ ਹੈ, ਚਾਹੇ ਬੱਚਿਆਂ ਦੇ ਨਾਲ ਐਪਲੀਕੇਸ਼ਨ ਆ। ਆਲਰੇਡੀ ਵੀਜ਼ਾ ਵੀ ਲਿਆ, ਰਿਜ਼ਲਟ ਵੀ ਦਿਖਾ ਚੁੱਕੇ ਹਾਂ ਸਟੂਡੈਂਟਸ ਦੇ ਨਾਲ। ਬੱਚਾ ਪਾਸਪੋਰਟ ਫੜ ਕੇ ਬੋਲਦਾ ਕਿ ਮੇਰਾ ਸਪਾਊਸ ਵੀਜ਼ਾ ਇਕੱਠਿਆਂ ਦਾ ਲੱਗਾ, ਟਰੈਵਲ ਵੀ ਅਸੀਂ ਇਕੱਠਿਆਂ ਨੂੰ ਕਰਾ ਚੁੱਕੇ ਹਾਂ। ਨੰਬਰਸ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੇ ਕਰ ਰਹੇ ਹਾਂ, ਤੁਸੀਂ ਇਹਨਾਂ ਨੰਬਰਸ ਉੱਪਰ ਕਾਲ ਕਰਕੇ ਆਪਣੇ ਕਿਸੇ ਵੀ ਸਵਾਲ ਦਾ ਜਵਾਬ ਲੈ ਸਕਦੇ ਹੋ। ਬਾਕੀ ਹੋਮ ਗਲੋਬਲ ਦੀਆਂ ਬ੍ਰਾਂਚਸ ਜਿਹੜੀਆਂ ਨੇ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਹੈਗੀਆਂ ਨੇ, ਜੇਕਰ ਸ਼ਹਿਰ 'ਚ ਨਹੀਂ ਹੈ ਤਾਂ ਤੁਸੀਂ ਨੀਅਰ ਬਾਈ ਕਿਸੇ ਵੀ ਬ੍ਰਾਂਚ 'ਚ ਵਿਜ਼ਿਟ ਕਰ ਸਕਦੇ ਹੋ। ਸਰ ਨਾਲ ਮੁਲਾਕਾਤ ਕਰਨੀ ਹੈ ਤਾਂ ਇਹਨਾਂ ਦੇ ਸਕੈਜੂਲ ਬਾਰੇ ਤੁਸੀਂ ਇਹਨਾਂ ਨੰਬਰਸ ਉੱਪਰ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਤੁਸੀਂ ਮਿਲ ਸਕਦੇ ਹੋ। ਇੱਕ ਨਾ ਪੰਜਾਬੀ ਦੀ ਕਹਾਵਤ ਹੈ ਵੀ ਦੁੱਖ ਦੀ ਰਗ ਦੇ ਉੱਤੇ ਹੱਥ ਧਰਨਾ, ਤੇ ਸਾਡੇ ਜਿਹੜੇ ਨਾਰਥ ਇੰਡੀਅਨ ਨੇ ਇਹਨਾਂ ਦੀ ਦੁੱਖ ਦੀ ਰਗ ਹੈ ਸਪਾਊਸ ਐਪਲੀਕੇਸ਼ਨ ਇਕੱਠੇ ਜਾਣਾ ਹੈ, ਕਿਉਂਕਿ ਪਿਛਲੇ ਸ਼ੋਅ 'ਚ ਵੀ ਅਸੀਂ ਡਿਸਕਸ ਕੀਤਾ ਸੀ, ਬਹੁਤ ਸਾਰੇ ਕੇਸਿਸ ਇੱਦਾਂ ਦੇ ਹੋਏ ਸੀ, ਮੇਨ ਐਪਲੀਕੈਂਟ ਉੱਥੇ ਜਾ ਕੇ ਮੁੱਕਰ ਗਿਆ ਸੀ, ਹੈ ਨਾ। ਸੋ ਹੁਣ ਕੀ ਹੋਮ ਗਲੋਬਲ ਜਾਂ ਰਿੱਕੀ ਸੰਧੂ ਦੁੱਖ ਦੀ ਰਗ ਤੇ ਹੱਥ ਧਰ ਰਿਹਾ ਹੈ, ਕਿਉਂਕਿ UK ਰਿਸਰਚ ਵਰਕ ਪ੍ਰੋਗਰਾਮ ਦੇ ਉੱਪਰ ਆ ਗਿਆ, ਆਸਟ੍ਰੇਲੀਆ ਆਪਣੇ ਆਪ 'ਚ ਸਖਤਾਈ ਲੈ ਕੇ ਬੈਠਾ ਹੈ, ਨਿਊਜ਼ੀਲੈਂਡ ਦੇ ਵੀ ਰੂਲ ਰੈਗੂਲੇਸ਼ਨ ਆਸਟ੍ਰੇਲੀਆ ਨਾਲੋਂ ਵੀ ਕਿਤੇ ਜ਼ਿਆਦਾ ਅਲੱਗ ਤਰੀਕੇ ਨਾਲ ਸਖਤ ਦੇ ਵਿੱਚ ਹੈ। ਤਾਂ ਕੀ ਤੁਹਾਨੂੰ ਪਤਾ ਵੀ ਇਹ ਦੁੱਖ ਦੀ ਰਗ ਹੈ, ਇੱਥੇ ਹੱਥ ਧਰਾਂਗੇ ਸਾਡੇ ਕੋਲ ਜ਼ਿਆਦਾ ਐਪਲੀਕੇਸ਼ਨਸ ਆਉਣਗੀਆਂ, ਸਾਨੂੰ ਫਾਇਦਾ ਜ਼ਿਆਦਾ ਹੋਏਗਾ, ਇਸ ਕਰਕੇ ਤਾਂ ਨਹੀਂ ਤੁਸੀਂ ਸਪਾਊਸ ਐਪਲੀਕੇਸ਼ਨ ਨੂੰ ਇਨਵਾਈਟ ਕਰ ਰਹੇ? ਬੱਚਾ ਐਜੂਕੇਸ਼ਨ ਕੰਸਲਟੈਂਟ ਦੀ ਸਿਲੈਕਸ਼ਨ ਕਿਉਂ ਕਰਦਾ ਹੈ? ਕਿ ਮੈਨੂੰ ਵੀਜ਼ਾ ਮਿਲ ਸਕੇ। ਲੋਕ ਨਹੀਂ ਦਵਾ ਸਕਦੇ, ਮੈਂ ਦਵਾ ਸਕਦਾ, ਲੋਕ ਮੇਰੇ ਥੜੇ ਤੇ ਚੜ੍ਹਦੇ ਨੇ ਜੀ। ਮੈਂ ਵੀਜ਼ੇ ਡਿਲੀਵਰ ਕੀਤੇ ਹੈ, ਸਪਾਊਸ ਨੂੰ ਇਕੱਠਿਆਂ ਨੂੰ ਭੇਜਿਆ। ਅੱਜ ਅਗਰ ਆਪਾਂ ਗੱਲ ਕਰਦੇ ਨਾ ਪੰਜਾਬੀ ਹਸਬੈਂਡ ਦੀ, ਇੰਨੇ ਕੁ ਪੋਜ਼ੈਸਿਵ ਹੈ ਕਿ ਜਦੋਂ ਵਾਈਫ ਉਹਦੀ ਸ਼ਹਿਰੋਂ ਬਾਹਰ ਵੀ ਜਾਵੇ ਨਾ, ਬੰਦਾ ਵਰੀਡ ਹੈ। ਕਿਉਂ? ਰਿਲੇਸ਼ਨ ਹੈ, ਕਿਤੇ ਨਾ ਕਿਤੇ ਉਹ ਮੋਹ ਹੈ, ਕਿਤੇ ਨਾ ਕਿਤੇ ਉਹ ਪਿਆਰ ਹੈ, ਕਿਤੇ ਨਾ ਕਿਤੇ ਉਹ ਪੋਜ਼ੈਸਿਵਨੈਸ ਹੈ ਕਿ ਯਾਰ ਸ਼ਹਿਰੋਂ ਬਾਹਰ ਗਈ, ਐਟਲੀਸਟ ਮਾਹੌਲ ਦਾ ਨਹੀਂ ਪਤਾ, ਪਤਾ ਤਾਂ ਹੋਵੇ ਨਾ ਸਾਨੂੰ, ਕਾਲ ਕੀਤਾ ਕਿ ਸੇਫ ਹੈ ਜਾਂ ਨਹੀਂ ਸੇਫ ਹੈ। ਸੋ ਜਦੋਂ ਦੂਜੇ ਮੁਲਕ ਭੇਜਣ ਦੀ ਗੱਲ ਕਰਦੇ ਹੋ, ਜਿੱਥੇ ਨਾ ਤੁਸੀਂ ਹੋ, ਨਾ ਤੁਸੀਂ 1 ਘੰਟੇ ਬਾਅਦ ਪਹੁੰਚ ਸਕਦੇ ਹੋ, ਨਾ ਤੁਹਾਡੀ ਦੇਖ ਰੇਖ 'ਚ ਕੋਈ ਚੀਜ਼ ਹੋ ਸਕਦੀ ਹੈ, ਸੋ ਡਰ ਕਿਤੇ ਨਾ ਕਿਤੇ ਜ਼ਰੂਰ ਰਹਿੰਦਾ, ਕਿਉਂਕਿ ਸਾਡੀ ਫੀਲਿੰਗਸ ਜੁੜੀਆਂ, ਸਾਡਾ ਪਰਿਵਾਰ ਹੈ, ਸਾਡਾ ਜੀਵਨ ਸਾਥੀ ਹੈ। ਸੋ ਜਦੋਂ ਸਪਾਊਸ ਵੀਜ਼ਾ ਦੀ ਗੱਲ ਹੁੰਦੀ ਹੈ, ਸੋ ਨਾਰਥ ਇੰਡੀਆ ਦੀ ਗੱਲ ਕਰ ਲਓ ਜਾਂ ਅਰਾਊਂਡ ਦੀ ਵਰਲਡ ਗੱਲ ਕਰ ਲਓ, ਕੋਈ ਵੀ ਸਪਾਊਸ ਜਿਹਦਾ ਰਿਲੇਸ਼ਨ ਜੁੜਿਆ, ਜਿਹੜਾ ਇਕੱਠਾ ਰਹਿੰਦਾ, ਜਿਹਦੇ ਇੱਕ ਜੀਵਨ ਸਾਥੀ ਹੈ, ਜਦੋਂ ਕਹਿੰਦਾ ਕਿ ਮਤਲਬ ਫੇਰੇ ਵੀ ਬੰਦਾ ਲੈਂਦਾ, ਕਿ ਉਹ 7 ਫੇਰੇ ਵੀ ਜਦੋਂ ਲੈਂਦਾ ਕਿ ਅਟੈਚਮੈਂਟ ਹੈ ਇੱਕ, ਉਹ ਸਾਰੇ ਉਹਦੇ ਕਸਮਾਂ ਵਾਅਦੇ ਨੇ ਕਿ ਭਾਈ ਐਂਡ ਤੱਕ ਨਿਭਾਵਾਂਗੇ ਤੇਰੇ ਨਾਲ, ਫਿਰ ਉਹ ਬੰਦਾ ਕਿੱਦਾਂ ਛੱਡ ਦੂਗਾ। ਸੋ ਦੂਜੀ ਗੱਲ ਇਹ ਕਿ ਜਦੋਂ ਸਪਾਊਸ ਵੀਜ਼ਾ ਕੋਈ ਕੰਟਰੀ ਤੁਹਾਨੂੰ ਦੇ ਰਹੀ ਹੈ, ਸੋ ਹਿਊਮੈਨਿਟੀ ਹਰ ਇੱਕ ਦੇ ਵਿੱਚ ਹੁੰਦੀ ਹੈ। ਫੈਡਰਲ ਗਵਰਨਮੈਂਟ, ਕੈਨੇਡਾ ਦੀ ਗਵਰਨਮੈਂਟ ਵੀ ਇਹ ਚੀਜ਼ ਨੂੰ ਸਮਝਦੀ ਹੈ ਕਿ ਜੋ ਇਨਸੀਡੈਂਟਸ ਲਾਸਟ ਪਿਛਲੇ ਸਾਲਾਂ ਦੇ ਵਿੱਚ ਹੋਏ ਹੈ ਕਿ ਕੁੜੀ ਪਹੁੰਚੀ ਹੈ, ਮੁੰਡੇ ਨੂੰ ਨਹੀਂ ਬੁਲਾਇਆ, ਕੰਟਰੈਕਟ ਵੈਡਿੰਗਸ ਹੋਈਆਂ ਨੇ, ਪੈਸੇ ਦਾ ਠੱਗੀ ਹੋ ਗਈ, ਠੱਗੀ ਦਾ ਸ਼ਿਕਾਰ ਹੋ ਗਏ, ਜਾਂ ਫਿਰ ਕਈ ਐਪਲੀਕੇਸ਼ਨਸ ਐਸੀਆਂ ਸੀਗੀਆਂ ਕਿ ਕੁੜੀ ਉੱਥੇ ਜਾ ਕੇ ਚੇਂਜ ਹੁੰਦੀ ਸੀ, ਮੁੰਡਾ ਇੱਥੇ ਆ ਕੇ ਸੁਸਾਈਡ ਕਰ ਲੈਂਦਾ। ਇਨ ਦੀ ਐਂਡ ਗਵਰਨਮੈਂਟ ਦੂਜੇ ਅਗਰ ਕੰਟਰੀ ਦੀ ਵੀ ਦੇਖਿਆ ਜਾਵੇ, ਉਹ ਵੀ ਦਿਲ ਰੱਖਦੀਆਂ ਕਿਤੇ ਨਾ ਕਿਤੇ ਸਪਾਊਸ ਵੀਜ਼ਾ ਦੇ ਉੱਤੇ। ਉਹਨਾਂ ਨੇ ਵੀ ਵਿਚਾਰ ਜ਼ਰੂਰ ਬਣਾਇਆ। ਅੱਜ ਜਿਹੜੇ ਐਪਲੀਕੇਸ਼ਨ ਨੂੰ ਪਹਿਲਾਂ ਭੇਜਦੇ ਸੀਗੇ, ਉਹ ਆਪ ਮੌਕਾ ਦਿੰਦੇ ਕਿ ਐਦਾਂ ਦੇ ਇਨਸੀਡੈਂਟਸ ਨਾ ਹੋਣ। ਇਨਸਾਨੀਅਤ ਤੌਰ ਦੇ ਉੱਤੇ ਉਹ ਰੂਲ ਲੈ ਕੇ ਆਏ ਕਿ ਜਿਹਦੇ ਵਿੱਚ ਤੁਸੀਂ ਇਕੱਠੇ ਫਾਈਲ ਲਾ ਸਕਦੇ ਹੋ, ਪਰਿਵਾਰ ਦੇ ਨਾਲ ਜਾ ਸਕਦੇ ਹੋ। ਸੋ ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕੋਈ ਦਿੱਕਤ ਹੋਣੀ ਚਾਹੀਦੀ ਹੈ ਜੀ। ਸੋਸ਼ਲ ਮੀਡੀਆ ਦਾ ਟਾਈਮ ਹੈ, ਕਿਸੇ ਵੀ ਨਿਊਜ਼ ਨੂੰ ਸਪਰੈਡ ਕਰਨ ਦੇ ਵਿੱਚ ਕੁਝ ਖਾਸਾ ਸਮੇਂ ਨਹੀਂ ਲੱਗਦਾ, ਤੁਹਾਨੂੰ ਸ਼ੇਅਰ ਹੀ ਕਰਨਾ ਹੈ, ਕਿਸੇ ਨੂੰ ਜਿਹਨੂੰ ਪਸੰਦ ਆਈ ਉਹਨੇ ਗਾਂ ਤੋਂ ਗਾਂ ਅੱਗੇ ਆਪਣੇ ਆਪ ਗਰੁੱਪਸ ਦੇ ਵਿੱਚ ਇਸ ਚੀਜ਼ ਨੂੰ ਸ਼ੇਅਰ ਕਰ ਦੇਣਾ। ਅਸੀਂ ਖਾਸ ਇਨਫੋਰਮੇਸ਼ਨ ਸਪਾਊਸ ਐਪਲੀਕੈਂਟ ਦੀ ਕਰ ਰਹੇ ਹਾਂ। ਜੇਕਰ ਤੁਹਾਨੂੰ ਸਾਡੀ ਇਨਫੋਰਮੇਸ਼ਨ ਵਧੀਆ ਲੱਗ ਰਹੀ ਹੈ ਤਾਂ ਤੁਸੀਂ ਵੀ ਇਸ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਸਕਦੇ ਹੋ। ਨੰਬਰ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ, ਤੁਸੀਂ ਇਹਨਾਂ ਨੰਬਰਸ ਉੱਪਰ ਕਾਲ ਕਰਕੇ ਵੀ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਇੱਕ ਹੁੰਦਾ ਹੈ ਕਿ ਸਿਰਫ ਪ੍ਰਭਾਵਿਤ ਕਰਨਾ, ਹੈ ਨਾ,
ਕਿ ਹੁਣ ਸਪਾਊਸ ਨਾਲ ਜਾਏਗਾ, ਸਾਡੇ ਕੋਲ ਆ ਜਾਓ, ਅਸੀਂ ਭੇਜ ਦਾਂਗੇ। ਬਾਅਦ ਜਦੋਂ ਆਫਿਸ ਆ ਗਏ ਫਿਰ ਤੁਸੀਂ ਵੀ ਕੋਈ ਚੈੱਕਲਿਸਟ ਨਵੀਂ ਨਾ ਕੱਢ ਕੇ ਰੱਖ ਦਿਓ ਜੀ, ਸਾਨੂੰ ਤਾਂ ਸਾਲ ਪੁਰਾਣਾ ਵਿਆਹ ਚਾਹੀਦਾ ਹੈ ਜੀ, ਸਾਨੂੰ ਤਾਂ ਉਮਰ ਇੰਨੀ ਚਾਹੀਦੀ ਹੈ, ਸਾਨੂੰ ਤਾਂ ਪ੍ਰੋਗਰਾਮ ਵੀ ਰਿਸਰਚ ਵਰਕ ਚਾਹੀਦੇ ਨੇ, ਸਾਨੂੰ ਮਾਸਟਰ ਡਿਗਰੀ ਚਾਹੀਦੀ ਹੈਗੀ ਹੈ, ਮੇਨ ਐਪਲੀਕੈਂਟ ਦੇ ਨਾਲ ਨਾਲ ਸਪਾਊਸ ਦੀ ਐਜੂਕੇਸ਼ਨ ਜਿਹੜੀ ਆ ਉਹ ਵੀ ਇੰਨੀ ਹੋਣੀ ਚਾਹੀਦੀ ਹੈ, ਜਾਂ ਇੰਨੇ % ਨੰਬਰ, ਜਾਂ ਫਿਰ ਕਿਸੇ ਵੀ ਤਰੀਕੇ ਦਾ ਇੰਗਲਿਸ਼ ਐਲੀਜੀਬਿਲਟੀ ਟੈਸਟ ਹੋਣਾ ਚਾਹੀਦਾ ਹੈ। ਬਾਅਦ 'ਚ ਇਹ ਗੱਲ ਕਹਿ ਦੂੰ ਵੀ ਉੱਥੇ ਜਾ ਕੇ ਕੰਮ ਕਰਨਾ ਹੈ, ਕਮਿਊਨੀਕੇਟ ਕਰਨ ਦੇ ਲਈ ਤੁਹਾਨੂੰ ਐਟਲੀਸਟ ਜਿਹੜਾ ਆ ਇੰਗਲਿਸ਼ ਤੁਹਾਡੀ ਜਿਹੜੀ ਆ ਵੀ 6 ਬੈਂਡ 5.5 ਬੈਂਡ ਦੇ ਬਰਾਬਰ ਦੀ ਹੋਣੀ ਚਾਹੀਦੀ ਹੈ। ਇਹੋ ਜਿਹੀ ਕੋਈ ਸਟੇਟਮੈਂਟ ਤਾਂ ਨਹੀਂ ਦੇਖਣ ਨੂੰ ਮਿਲੇਗੀ। ਦੇਖੋ ਫਿਊ ਮਿੰਟਸ ਅਗਰ ਆਪਾਂ ਬੈਕ ਜਾਂਦੇ ਆ, ਉਹਦੇ ਵਿੱਚ ਇੱਕ ਚੀਜ਼ ਮੈਂ ਕਹੀ ਸੀਗੀ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਅਕੋਰਡਿੰਗ ਅਸੀਂ ਭੇਜਦੇ ਆ। ਅੱਜ ਦੋਨੋਂ ਐਪਲੀਕੈਂਟ ਗ੍ਰੈਜੂਏਟ ਹੈ, ਸਾਲ ਪੁਰਾਣਾ ਵਿਆਹ ਹੈ, ਬਿਲਕੁਲ ਆਸਟ੍ਰੇਲੀਆ ਲਈ ਕਰ ਸਕਦੇ ਆ। ਹੁਣ ਜਿਹੜਾ ਸਾਲ ਪੁਰਾਣਾ ਵਿਆਹ ਨਹੀਂ ਹੈ, ਗ੍ਰੈਜੂਏਟ ਨਹੀਂ, ਉਹ ਆ ਜਾਏਗਾ ਯੂਕੇ ਵੱਲ। ਯੂਕੇ ਦੀ ਗੱਲ ਕਰਦੇ ਹੋ, ਰਿਸਰਚ ਵਰਕ ਐਪਲੀਕੇਸ਼ਨਸ ਲਈ ਜਿਹੜਾ ਬੱਚਾ ਐਲੀਜੀਬਲ ਹੈ ਸਿਰਫ ਉਹੀ ਜਾਏਗਾ, ਅਦਰ ਐਪਲੀਕੇਸ਼ਨਸ ਆ ਜਾਣਗੀਆਂ ਕੈਨੇਡਾ ਵੱਲ। ਕੈਨੇਡਾ ਦੀ ਰਿਕੁਆਇਰਮੈਂਟ ਕੀ ਹੈ? ਤੁਸੀਂ ਕਹਿੰਦੇ ਮੈਂ ਕੈਨੇਡਾ ਜਾਣਾ, ਆਪਣੀ ਰਿਕੁਆਇਰਮੈਂਟ ਉਹਦੀ ਹੈ ਕਿ ਮਿਨੀਮਮ +2 ਐਪਲੀਕੇਸ਼ਨ ਚਾਹੀਦੀ ਹੈ ਜੀ। ਉਹਨਾਂ ਲਈ ਇਹ ਨਹੀਂ ਚਾਹੀਦਾ ਗ੍ਰੈਜੂਏਟ ਹੈ ਜਾਂ ਮਾਸਟਰਸ ਹੈ। ਪਹਿਲੀ ਚੀਜ਼ ਐਜੂਕੇਸ਼ਨ ਦੀ ਗੱਲ ਕਰਦੇ ਹੋ, ਮਿਨੀਮਮ +2 ਐਪਲੀਕੈਂਟ ਚਾਹੀਦਾ ਜੀ। 6 ਬੈਂਡ ਓਵਰਆਲ। 10 ਅਗਸਤ ਤੋਂ ਪਹਿਲਾਂ 6 ਈਚ ਮੰਗਦੇ ਸੀਗੇ, ਸੋ 10 ਅਗਸਤ ਤੋਂ ਬਾਅਦ ਜਿਹੜੀ ਐਪਲੀਕੇਸ਼ਨ ਦੇ 6 ਬੈਂਡ ਓਵਰਆਲ ਹੋਣੇ ਚਾਹੀਦੇ। ਵਿਆਹ ਨਵਾਂ ਜਾਂ ਪੁਰਾਣਾ ਮੈਟਰ ਨਹੀਂ ਕਰੇਗਾ, ਵੀਜ਼ਾਸ ਲੈ ਚੁੱਕੇ ਆ। ਵਿਆਹ ਨਵਾਂ ਵੀ ਔਰ ਤੇ ਵੀ ਵੀਜ਼ਾਸ ਅਸੀਂ ਲੈ ਲਿਆ। ਸਪਾਊਸ ਅਗਰ ਤੁਹਾਡਾ ਨਹੀਂ ਪੜ੍ਹਿਆ ਲਿਖਿਆ, 10th ਹੈ ਜਾਂ ਬਿਲੋ 10th ਹੈ, ਬਿਲਕੁਲ ਅਪਲਾਈ ਕਰ ਸਕਦੇ ਆ। ਸਪਾਊਸ ਵੀਜ਼ਾ ਲੈ ਚੁੱਕੇ ਆ, +2 ਬੇਸ ਦੇ ਉੱਤੇ ਕੈਨੇਡਾ ਸਪਾਊਸ ਵੀਜ਼ਾ ਲੈ ਚੁੱਕੇ ਆ। ਜਿਹੜੇ ਵੀ ਮੇਰੇ ਵਿਊਅਰਸ ਭਰਾ ਜਾਂ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਨੇ, ਨੋਟ ਕਰ ਸਕਦੇ ਹੋ, ਜੇਕਰ ਤੁਸੀਂ 12ਵੀਂ ਪੜ੍ਹੇ ਹੋ, ਤੁਹਾਡੀ ਪੜ੍ਹਾਈ ਜ਼ਿਆਦਾ ਗੈਪ ਨਹੀਂ ਹੈ, ਅਗਰ ਉਹ ਗੈਪ ਉਹਦੀ ਜਸਟੀਫਿਕੇਸ਼ਨ ਹੈਗੀ, ਅਸੀਂ ਬਿਲਕੁਲ ਅਪਲਾਈ ਕਰ ਸਕਦੇ ਹਾਂ। 55 ਤੋਂ 60% ਤੁਹਾਡੇ ਮਾਰਕਸ ਹੈ, ਤੁਸੀਂ ਐਲੀਜੀਬਲ ਹੋ। ਵਿਆਹ ਨਵਾਂ ਹੈ, ਤੁਸੀਂ ਐਲੀਜੀਬਲ ਹੋ। 6 ਬੈਂਡ ਓਵਰਆਲ ਹੈ, ਤੁਸੀਂ ਐਲੀਜੀਬਲ ਹੋ। ਜਾਂ ਫਿਰ ਤੁਸੀਂ ਕਹਿੰਦੇ ਹੋ ਕਿ ਪਰਿਵਾਰ ਦੇ ਨਾਲ ਜਾਣਾ ਹੈ, ਹਸਬੈਂਡ ਵਾਈਫ ਜਾਂ ਕਿਡ ਐਪਲੀਕੇਸ਼ਨ ਨਾਲ ਲੈਣਾ ਚਾਹੁੰਦੇ ਹੋ, ਇਹ ਰਿਕੁਆਇਰਮੈਂਟ ਬੇਸਿਕ ਹੈ ਕੈਨੇਡਾ ਦੀ। ਇੱਕ ਸਾਡੀ ਆਪਣੀ ਰਿਕੁਆਇਰਮੈਂਟ ਦੀ ਗੱਲ ਕਰਦੇ, ਸਾਡੀ ਆਪਣੀ ਰਿਕੁਆਇਰਮੈਂਟ ਇਹ ਹੈ ਕਿ ਡਾਕੂਮੈਂਟ ਫੇਕ ਨਹੀਂ ਹੋਣਾ ਚਾਹੀਦਾ, ਚਾਹੇ ਤੁਸੀਂ ਫਸਟ ਟਾਈਮ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਆਲਰੇਡੀ ਰਿਫਿਊਜ਼ ਹੋ ਚੁੱਕੇ ਹੋ। ਅਸੀਂ ਤੁਹਾਡੀ ਫਾਈਲ ਕਰਾਂਗੇ, ਪੈਸੇ ਉਦੋਂ ਲਾਂਗੇ ਸਪਾਊਸ ਦੇ ਜਦੋਂ ਵੀਜ਼ਾ ਗ੍ਰਾਂਟ ਹੋ ਜੂਗਾ। ਠੀਕ ਹੈ, ਤੁਸੀਂ ਕਿਡ ਦੀ ਗੱਲ ਕੀਤੀ, 2-3 ਸਵਾਲ ਕਿਡਸ ਦੇ ਨਾਲ ਹੀ ਮੈਂ ਐਡ ਆਨ ਕਰੂੰਗੀ। ਹੁਣ ਕਿਡ ਦੀ ਏਜ ਕਿੰਨੀ ਹੋਣੀ ਚਾਹੀਦੀ ਹੈ? ਸਪੋਜ਼ ਜੇ ਕੋਈ ਐਪਲੀਕੈਂਟ ਹੈ, ਉਹਦੀ ਉਮਰ 32-34 ਸਾਲ ਹੈਗੀ ਹੈ, ਉਹਨੇ 24-25 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ ਕਰ ਲਈ, ਮੈਰਿਜ ਹੋ ਗਈ, 2-3 ਸਾਲ ਦਾ ਉਹਦਾ ਬੇਬੀ ਵੀ ਹੋ ਗਿਆ, ਸਟੱਡੀ ਨਾਲੋਂ ਟੁੱਟ ਗਿਆ, ਉਹ ਕੋਈ 7-8 ਸਾਲ ਦਾ ਗੈਪ ਹੋ ਗਿਆ, ਕਈ ਵਾਰੀ ਕੰਮਕਾਰ ਕੀਤਾ, ਕਈ ਵਾਰੀ ਕੰਮ ਕਰ ਲਿਆ, ਵਿੱਚ ਛੱਡ ਦਿੱਤਾ, ਫਿਰ ਕੰਮ ਸ਼ੁਰੂ ਕਰ ਲਿਆ, ਹੈ ਨਾ। ਸੋ ਮਤਲਬ ਮੇਰਾ ਗੈਪ ਔਰ ਕਿਡ ਨੂੰ ਲੈ ਕੇ ਔਰ ਏਜ ਨੂੰ ਲੈ ਕੇ 3 ਸਵਾਲ ਨੇ। ਇਹ ਤਿੰਨੇ ਚੀਜ਼ਾਂ ਆਪਸ 'ਚ ਕਿਸੇ ਤਰੀਕੇ ਦੀ ਕੋਈ ਰਿਲੇਵੈਂਸੀ ਰੱਖਦੀਆਂ ਨੇ? 3 ਸਵਾਲ ਤੁਸੀਂ ਇੱਕੋ ਕਰਦੇ, ਕਹਿੰਦੇ ਨਾ 100 ਸੁਨਾਰ ਦੀ ਤੇ 1 ਲੋਹਾਰ ਦੀ। ਲੋਹਾਰ ਵਾਲੀ ਗੱਲ ਦੱਸਦਾ ਤੁਹਾਨੂੰ, ਜੋ ਗਵਰਨਮੈਂਟ ਨੇ ਲਿਖਿਆ ਆਪਣੀ ਵੈਬਸਾਈਟ ਦੇ ਉੱਤੇ, ਤੁਸੀਂ ਸਪਾਊਸ ਵੀਜ਼ਾ ਇਕੱਠਿਆਂ ਦਾ ਲਾ ਸਕਦੇ ਹੋ। ਉਹਨਾਂ ਨੇ ਕੁਆਲੀਫਿਕੇਸ਼ਨ ਨਹੀਂ ਲਿਖੀ, ਉਹਨਾਂ ਨੇ ਪਰਸੈਂਟੇਜ ਨਹੀਂ ਲਿਖੀ, ਉਹਨਾਂ ਨੇ ਵਿਆਹ ਨਵਾਂ ਨਹੀਂ ਲਿਖਿਆ, ਉਹਨਾਂ ਨੇ ਕਿਡ ਦੀ ਏਜ ਨਹੀਂ ਲਿਖੀ। ਸਿੰਪਲ ਚੀਜ਼ ਲਿਖੀ ਹੈ ਕਿ ਐਪਲੀਕੇਸ਼ਨ ਐਲੀਜੀਬਲ ਹੋਣੀ ਚਾਹੀਦੀ ਹੈ, ਇਕੱਠਿਆਂ ਦੀ ਫਾਈਲ ਲਾ ਸਕਦੇ ਹੋ। ਹੁਣ ਉਹਦੇ ਵਿੱਚ ਚਾਹੇ 12th ਹੈ, ਗ੍ਰੈਜੂਏਟ ਹੈ ਜਾਂ ਮਾਸਟਰਸ ਦਾ ਵੀਜ਼ਾ ਮਿਲੂਗਾ, ਵਿਆਹ ਨਵਾਂ ਜਾਂ ਪੁਰਾਣਾ ਵੀਜ਼ਾ ਮਿਲੂਗਾ। ਕਿਡ ਦੀ ਏਜ ਚਾਹੇ 1 ਸਾਲ ਹੈ, ਚਾਹੇ 10 ਸਾਲ ਹੈ, ਵੀਜ਼ਾ ਮਿਲੂਗਾ। ਬੱਚਾ ਐਲੀਜੀਬਲ ਹੋਣਾ ਚਾਹੀਦਾ, ਬਿਲਕੁਲ ਵੀਜ਼ਾਸ ਗ੍ਰਾਂਟ ਹੁੰਦੇ ਆ। ਔਰ ਐਪਲੀਕੇਸ਼ਨ ਅਗਰ ਐਲੀਜੀਬਲ ਹੈ, ਸਾਨੂੰ ਕੋਈ ਦਿੱਕਤ ਨਹੀਂ, ਤਾਂ ਐਮਬੈਸੀ ਨੂੰ ਵੀ ਕੋਈ ਦਿੱਕਤ ਹੋਣੀ ਨਹੀਂ ਚਾਹੀਦੀ। ਅਗਰ ਐਮਬੈਸੀ ਨੇ ਕੋਈ ਪੈਰਾਮੀਟਰ ਉਹਨੂੰ ਚਾਹੀਦੇ ਹੁੰਦੇ ਕਿ 10 ਸਾਲ ਤੋਂ ਉੱਪਰ ਕਿਡ ਨੂੰ ਮੈਂ ਵੀਜ਼ਾ ਨਹੀਂ ਦੇਣਾ, ਜਾਂ ਸਾਲ ਪੁਰਾਣੇ ਵਿਆਹ ਨੂੰ ਮੈਂ ਵੀਜ਼ਾ ਨਹੀਂ ਦੇਣਾ, ਜਾਂ ਜੋ ਵੀ ਉਹਦੇ ਪੈਰਾਮੀਟਰਸ ਹੈ, ਹਰ ਇੱਕ ਕੰਟਰੀ ਆਪਣੀ ਸਪੈਸੀਫਿਕੇਸ਼ਨ ਜ਼ਰੂਰ ਲਿਖਦੀ ਹੈ। ਆਸਟ੍ਰੇਲੀਆ ਦੀ ਗੱਲ ਕਰਦੇ ਹੋ, ਸਾਫ਼ ਕਹਿੰਦੇ ਜੀ ਦੋਨੋਂ ਗ੍ਰੈਜੂਏਟ ਚਾਹੀਦੇ, ਉਹਨਾਂ ਦੀ ਆਪਣੀ ਡਿਮਾਂਡ ਹੈ। ਸਾਲ ਪੁਰਾਣਾ ਵਿਆਹ ਉਹਨਾਂ ਦੀ ਆਪਣੀ ਡਿਮਾਂਡ ਹੈ। 3 ਤੋਂ 6 ਮਹੀਨੇ ਪੁਰਾਣੇ ਫੰਡ ਉਹਨਾਂ ਦੀ ਆਪਣੀ ਡਿਮਾਂਡ ਹੈ। ਬਟ ਕੈਨੇਡਾ ਨੇ ਐਸਾ ਕੁਝ ਵੀ ਨਹੀਂ ਲਿਖਿਆ। ਕੈਨੇਡਾ ਸਿੰਪਲ ਚੀਜ਼ ਕਹਿੰਦਾ ਜੀ, ਨਾਓ ਯੂ ਕੈਨ ਪ੍ਰੋਸੈਸ ਯੂਰ ਐਪਲੀਕੇਸ਼ਨ along with your spouse and kid, nothing else। ਔਰ ਹੁਣ ਜਿਹੜਾ ਅੱਜ ਦਾ ਟਾਈਮ ਹੈਗਾ, ਹੁਣ ਤੁਸੀਂ ਕਿਹੜੇ ਇਨਟੇਕ ਦੇ ਲਈ ਫਾਈਲਸ ਜਿਹੜੀਆਂ ਨੇ ਸਟੂਡੈਂਟਸ ਦੀਆਂ ਲੈ ਰਹੇ ਹੋ? ਕਿ ਸਿੰਗਲ ਐਪਲੀਕੈਂਟਸ ਦੀਆਂ ਫਾਈਲ ਦੇ ਇਨਟੇਕ ਵੱਖਰੇ ਨੇ, ਜਾਂ ਸਪਾਊਸ ਦੇ ਸੇਮ ਇਨਟੇਕਸ ਦੇ ਦੌਰਾਨ ਵੀ ਜਾ ਸਕਦੇ ਨੇ? ਦੇਖੋ ਇਨਟੇਕਸ ਦੀ ਗੱਲ ਕਰਦੇ, ਇਨਟੇਕ ਡਿਪੈਂਡ ਕਰੂਗਾ ਸਟੂਡੈਂਟ ਦੀ ਆਪਣੀ ਪ੍ਰੋਫਾਈਲ ਦੇ ਉੱਪਰ। ਸਪਾਊਸ ਨੇ ਪੜ੍ਹਾਈ ਨਹੀਂ ਕਰਨੀ, ਇਸ ਕਰਕੇ ਜੋ ਬੇਸਿਕ ਇਨਟੇਕਸ ਸਿੰਗਲ ਐਪਲੀਕੇਸ਼ਨ ਲਈ ਉਹੀ ਸਪਾਊਸ ਲਈ, ਕਿਉਂਕਿ ਪੜ੍ਹਾਈ ਮੇਨ ਐਪਲੀਕੈਂਟ ਨੇ ਕਰਨੀ ਹੈ। ਸੋ ਇਨਟੇਕ ਦੀ ਗੱਲ ਸਾਰੀ ਵੱਖਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੇਰੇ ਦਿਮਾਗ 'ਚ ਇੱਕ ਸਵਾਲ ਆਇਆ ਸੀਗਾ, ਕਈ ਸਟੂਡੈਂਟ ਨੂੰ ਇਦਾਂ ਲੱਗਦਾ ਕਿ ਸਰਕਾਰੀ ਕਾਲਜ 'ਚ ਵੀਜ਼ੇ ਮਿਲਦੇ, ਪ੍ਰਾਈਵੇਟ 'ਚ ਨਹੀਂ ਮਿਲਦੇ। ਰੀਸੈਂਟ ਵੀਜ਼ਾ ਮੈਂ ਲਿਆ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ, ਬੱਚੇ ਦੀ ਐਜੂਕੇਸ਼ਨ, ਹੁਣ ਤੁਸੀਂ ਇੱਕ ਸਵਾਲ ਮੈਨੂੰ ਹੋਰ ਸਕਿਪ ਕਰ ਗਏ ਹੋ, ਆਈ ਥਿੰਕ ਐਜੂਕੇਸ਼ਨ ਦੇ ਵਿੱਚ ਗੈਪ। ਬੈਚਲਰਸ ਕੀਤੀ ਹੈ 2009 ਦੀ, ਆਈ ਰਿਪੀਟ ਬੈਚਲਰਸ 2009, ਉਸ ਤੋਂ ਬਾਅਦ ਸਟੱਡੀ ਗੈਪ, ਆਸਟ੍ਰੇਲੀਆ ਤੋਂ ਰਿਫਿਊਜ਼, ਸਪਾਊਸ ਯੂਕੇ ਤੋਂ ਡਿਪੋਰਟ,
ਇਕੱਠਿਆਂ ਦੀ ਫਾਈਲ ਲਾਈ ਹੈ, ਪ੍ਰਾਈਵੇਟ ਕਾਲਜ ਦੇ ਵਿੱਚ ਵੀਜ਼ਾ ਗ੍ਰਾਂਟ ਹੋਇਆ ਜੀ ਉਹਦਾ। ਸੋ ਜੇਕਰ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕੋਈ ਵੀ ਕੰਪਲਿਕੇਸ਼ਨ ਹੈਗੀ, ਤੁਸੀਂ ਮੇਰੀ ਟੀਮ ਨੂੰ ਮਿਲ ਸਕਦੇ ਹੋ ਜਾਂ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਮੈਨੂੰ ਆਪਣੇ ਨਜ਼ਦੀਕੀ ਸ਼ਹਿਰਾਂ ਦੇ ਵਿੱਚ ਮਿਲ ਸਕਦੇ ਹੋ, ਪਰਸਨਲੀ ਕੇਸ ਡਿਸਕਸ ਕਰ ਸਕਦੇ ਹੋ, ਸੋ ਦੈਟ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਪ੍ਰੋਸੈਸ ਕਰਨਾ ਚਾਹੁੰਦੇ ਸੀਗੇ, ਸੁਪਨਾ ਸੀਗਾ ਕੈਨੇਡਾ ਦਾ ਸਪਾਊਸ ਜਾਂ ਪਰਿਵਾਰ ਦੇ ਨਾਲ ਜਾਣ ਦਾ, ਆਪਾਂ ਮਿਲ ਕੇ ਉਹ ਸੁਪਨੇ ਨੂੰ ਸਾਕਾਰ ਕਰ ਸਕੀਏ। ਰਾਈਟ, ਆਪਾਂ ਅਕੈਡਮਿਕਸ ਦੀ ਵੀ ਗੱਲ ਜ਼ਰੂਰ ਕਰਾਂਗੇ। ਹੁਣ ਜਿਹੜੀ ਅਪਡੇਟਸ ਆਈਆਂ ਉਹਦੇ ਨਾਲ ਸਾਨੂੰ ਇਹ ਤਾਂ ਕਲੀਅਰ ਹੋ ਗਿਆ ਕਿ ਤੁਸੀਂ ਇੱਕ ਮੋਡਿਊਲ 5.5 ਜਾਂ 2 ਮੋਡਿਊਲ 5.5 ਇਟਸ ਓਕੇ, ਤੁਸੀਂ STS ਚਾਹੁੰਦੇ ਹੋ, ਤੁਸੀਂ ਟਾਈਫਲ ਕੀਤਾ, PT ਕੀਤਾ, ਓਕੇ। ਅਕੈਡਮਿਕਸ ਨੂੰ ਲੈ ਕੇ ਤੁਹਾਡੇ ਕੀ ਨਜ਼ਰੀਆ ਹੈ? ਕਿੰਨੇ ਅਕੈਡਮਿਕਸ ਵਾਲੇ ਸਟੂਡੈਂਟ ਨੂੰ, ਕਿੰਨੇ % ਵਾਲੇ ਸਟੂਡੈਂਟ ਨੂੰ ਅਪਲਾਈ ਕਰਨਾ ਚਾਹੀਦਾ ਤਾਂ ਕਿ ਵੀਜ਼ਾ ਈਜ਼ੀਲੀ ਸਕਸੈਸਫੁਲੀ ਨਿਕਲ ਸਕੇ? ਅਕੈਡਮਿਕਸ ਦੀ ਗੱਲ ਕਰਦੇ ਆ, ਦੇਖੋ ਇੱਕ ਨਾ ਸਮਝ ਦੀ ਲੋੜ ਹੈ। ਅੱਜ 12th ਦੇ ਪੈਰਾਮੀਟਰ ਅਲੱਗ ਹੈ, ਗ੍ਰੈਜੂਏਟ ਦੇ ਅਲੱਗ ਆ, ਮਾਸਟਰਸ ਦੇ ਅਲੱਗ ਨੇ। ਸੋ ਰੀਸੈਂਟ ਇੱਕ ਅਸੀਂ ਗ੍ਰੈਜੂਏਸ਼ਨ ਤੇ ਵੀਜ਼ਾ ਲਿੱਤਾ 49% ਦੇ ਨਾਲ। ਸੋ ਰੀਸੈਂਟ ਵੀਜ਼ਾ ਲਿੱਤਾ ਰਿਫਿਊਜ਼ਲਸ ਤੋਂ ਬਾਅਦ ਵੀ, 6 ਰਿਫਿਊਜ਼ਲ ਤੋਂ ਬਾਅਦ ਵੀ ਸਪਾਊਸ ਵੀਜ਼ਾ ਲਿਆ। ਸਪਾਊਸ ਕੁਆਲੀਫਾਈਡ ਨਹੀਂ ਸੀਗਾ, ਉਹਦਾ ਵੀਜ਼ਾ ਲਿਆ। ਪੜ੍ਹਾਈ ਦੇ ਵਿੱਚ 14 ਸਾਲ ਦਾ ਗੈਪ ਸੀਗਾ, ਉਹਦਾ ਵੀਜ਼ਾ ਲਿੱਤਾ। ਹੁਣ ਗੱਲ ਕੀ ਹੈ ਕਿ ਸਮਝਣ ਦੀ ਲੋੜ ਹੈ। ਅੱਜ +2 ਵਾਲਾ ਬੱਚਾ ਜੇ ਮੈਂ ਕਹੂੰਗਾ 14 ਸਾਲ ਦੇ ਗੈਪ ਨਾਲ ਵੀਜ਼ਾ ਮਿਲੂਗਾ, ਨਹੀਂ ਮਿਲੇਗਾ। ਐਟਲੀਸਟ 2021 ਔਨਵਰਡ ਐਜੂਕੇਸ਼ਨ ਜਿਹੜੀ ਹੈਗੀ ਹੈ +2 ਲਈ 2-3 ਸਾਲ ਦਾ ਗੈਪ ਹੈ, ਉਹ ਚੱਲ ਜਾਂਦਾ, ਐਕਸੈਪਟੇਬਲ ਹੈਗਾ। ਗ੍ਰੈਜੂਏਟ ਇੱਕ ਡਿਗਰੀ ਹੋਲਡਰ ਹੈ। ਅੱਜ ਮੈਂ ਕਾਮਰਸ ਕੀਤੀ ਹੈ ਜਾਂ ਮੈਂ ਮੈਡੀਕਲ ਫੀਲਡ ਦੇ ਵਿੱਚ ਹਾਂ ਜਾਂ ਨਾਨ ਮੈਡੀਕਲ ਫੀਲਡ ਦੇ ਵਿੱਚ, ਦੈਨ ਉਹ ਡਿਗਰੀ ਹੋਲਡ ਕਰਕੇ, ਡਿਗਰੀ ਪਾਸ ਕਰਕੇ ਮੈਂ ਉਹਦਾ ਐਕਸਪੀਰੀਅੰਸ ਦੇ ਤੌਰ ਤੇ ਪ੍ਰੈਕਟੀਕਲੀ ਕੰਮ ਕੀਤਾ, ਉਹ ਐਕਸੈਪਟੇਬਲ ਹੈ। ਚਾਹੇ ਉਹ 15 ਸਾਲ ਦਾ ਗੈਪ ਵੀ ਉਹ ਚੱਲੇਗਾ। ਸੋ ਪ੍ਰੋਫਾਈਲ ਟੂ ਪ੍ਰੋਫਾਈਲ ਜਿਹੜੀਆਂ ਇਹ ਚੀਜ਼ਾਂ ਕੰਸੀਡਰ ਹੁੰਦੀਆਂ ਨੇ। 12th ਵਾਲਾ ਬੱਚਾ ਬੇਸਿਕ ਜੀ ਚੀਜ਼ ਦੱਸ ਦਿੰਦਾ, 55% ਮਿਨੀਮਮ ਚਾਹੀਦੇ ਆ ਜੀ। ਇਸ ਤੋਂ ਬਾਅਦ ਕਾਲਜ ਦੀ ਆਪਣੀ ਰਿਕੁਆਇਰਮੈਂਟ ਰਹਿੰਦੀ ਹੈ, ਕਈ 60% ਮੰਗਦੇ, ਕੋਈ 55, ਕੋਈ 50 ਤੇ ਵੀ ਐਡਮਿਸ਼ਨ ਦੇ ਦਿੰਦਾ। ਉਹ ਸਾਰੇ ਪੈਰਾਮੀਟਰ ਕਾਲਜ ਦੇ ਨੇ, ਐਮਬੈਸੀ ਦਾ ਐਸ ਸੱਚ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਇੰਨੇ % ਨੂੰ ਵੀਜ਼ਾ ਮਿਲੇਗਾ, ਇੰਨੇ ਗੈਪ ਨੂੰ ਵੀਜ਼ਾ ਮਿਲੇਗਾ। ਕਿ ਕਿਸੇ ਦਾ ਗੈਪ ਹੈ ਤੁਸੀਂ ਐਕਸਪਲੇਨ ਕਰ ਸਕਦੇ ਹੋ। ਕਈ ਵਾਰੀ ਏਜੰਟ ਦੀ ਗੱਲ ਸੁਣਨ ਨੂੰ ਮਿਲਦੀ ਹੈ ਕਿ 10-12 ਸਾਲ ਦਾ ਗੈਪ ਹੈ, ਕਹਿੰਦੇ ਗੈਪ 'ਚ ਕੁਝ ਨਹੀਂ ਲੈਣਾ। ਅੱਜ ਆਫਿਸਰ ਦੀ ਥਿੰਕਿੰਗ ਹੈ ਕਿ 10 ਸਾਲ ਹੋ ਗਏ, 12 ਸਾਲ ਹੋ ਗਏ ਤੈਨੂੰ ਪੜ੍ਹਾਈ ਛੱਡੇ, ਅਚਾਨਕ ਤੈਨੂੰ ਯਾਦ ਆ ਜਾਂਦੀ ਮੈਂ ਪੜ੍ਹਾਈ ਕਰਨੀ ਔਰ ਮੈਂ ਕੈਨੇਡਾ ਜਾ ਕੇ ਕਰਨੀ ਹੈ। ਜਦੋਂ ਤੁਸੀਂ ਬਰੀਫ ਨਹੀਂ ਨਾ ਕਰ ਸਕਦੇ, ਵੀਜ਼ਾ ਗ੍ਰਾਂਟ ਨਹੀਂ ਹੁੰਦਾ। ਸੋ ਸਮਝ ਦੀ ਵੀ ਲੋੜ ਹੈ। ਜਦੋਂ ਕੈਨੇਡਾ ਦਾ ਵੀਜ਼ਾ ਐਪਲੀਕੇਸ਼ਨ ਫਾਰਮ ਫਾਈਲ ਕਰਦੇ ਆ, ਉਹ ਲਾਸਟ 10 ਈਅਰ ਇੰਪਲੋਇਮੈਂਟ ਹਿਸਟਰੀ ਪੁੱਛਦਾ ਹੈ ਕਿ ਪਿਛਲੇ 10 ਸਾਲ ਤੁਸੀਂ ਕੀ ਕੀਤਾ। ਹੁਣ ਗਲਤੀ ਏਜੰਟ ਕੀ ਕਰਦੇ ਆ, ਉਹ 10 ਸਾਲ ਖਾਲੀ ਛੱਡ ਦਿੰਦੇ ਆ। ਸੋ ਅਲਟੀਮੇਟਲੀ ਤੁਸੀਂ ਆਪਣਾ ਗਲਾ ਆਪ ਘੁੱਟਦੇ ਹੋ ਕਿ ਮੇਰਾ ਵੀਜ਼ਾ ਰਿਫਿਊਜ਼ ਕਰ ਦਿਓ। ਜਦੋਂ ਅਸੀਂ ਐਕਸਪਲੇਨ ਕਰਤਾ, ਮੈਂ ਅੱਜ ਕੋਈ ਜੌਬ ਕੀਤੀ ਹੈ, ਮੈਂ ਬਿਜ਼ਨਸ ਕੀਤਾ ਜਾਂ ਆਪਣੀ ਫੈਮਿਲੀ ਬਿਜ਼ਨਸ ਦੇ ਵਿੱਚ ਹੈਲਪ ਕੀਤੀ, ਉਹਨੂੰ ਐਕਸਪਲੇਨ ਕਰੋ ਸੋ ਦੈਟ ਆਫਿਸਰ ਨੂੰ ਸਮਝ ਲੱਗੇ ਕਿ ਮੈਂ ਪੜ੍ਹਾਈ ਕੀਤੀ। ਐਗਜ਼ਾਮਪਲ ਮੈਂ ਕੋਈ ਡਿਗਰੀ ਕਰ ਲਈ, ਮੈਂ ਜੌਬ ਕਰਦਾ ਪਿਆ, ਉਹ ਜੌਬ ਕਰਕੇ ਮੈਨੂੰ ਉਹਦਾ ਬੈਨੀਫਿਟ ਨਹੀਂ ਮਿਲਿਆ, ਨਾ ਮੇਰੀ ਡੈਜ਼ਿਗਨੇਸ਼ਨ ਵਧੀ, ਨਾ ਮੇਰੀ ਸੈਲਰੀ ਵਧੀ ਹੈ। ਸੋ ਮੈਂ ਚਾਹੁੰਦਾ ਕਿ ਐਜੂਕੇਸ਼ਨ ਆਪਣੀ ਵਧਾਵਾਂ। ਇੰਡੀਆ ਦੀ ਐਜੂਕੇਸ਼ਨ ਕੀਤੀ ਸੀ, ਖਾਸ ਮੈਨੂੰ ਫਰਕ ਮਿਲਿਆ ਨਹੀਂ। ਪੂਰੇ ਵਰਲਡ ਦੇ ਵਿੱਚ ਮੈਂ ਸਰਚ ਕੀਤਾ, ਐਂਡ ਡੈਸਟੀਨੇਸ਼ਨ ਮੈਂ ਕੈਨੇਡਾ ਚੁਣੀ। ਸੋ ਕੈਨੇਡਾ ਦੀ ਪੜ੍ਹਾਈ ਕਰਨ ਤੋਂ ਬਾਅਦ ਮੇਰੇ ਆਊਟਕਮ ਮੈਨੂੰ ਮਿਲਣਗੇ, ਜਾਂ ਤਾਂ ਮੇਰੀ ਸੈਲਰੀ ਇੰਕਰੀਜ਼ ਹੋ ਜਾਏਗੀ, ਜਾਂ ਮੈਂ ਆਪਣਾ ਬਿਜ਼ਨਸ ਕਰ ਸਕਦਾ ਵਾਂ, ਜਾਂ ਕੋਈ MNC ਦੇ ਵਿੱਚ ਮੈਂ ਜੌਬ ਕਰ ਸਕਦਾ, ਸੋ ਦੈਟ ਕਿ ਅੱਜ ਮੈਂ 15-20 ਹਜ਼ਾਰ ਸੈਲਰੀ ਲੈਣ ਵਾਲਾ ਮੈਂ ਲੱਖ 1.5 ਲੱਖ ਤੇ ਆ ਜਾਊਂਗਾ। ਇੰਟੈਂਸ਼ਨ ਦੱਸਣੀ ਪਏਗੀ, ਦੈਨ ਵੀਜ਼ਾਸ ਗ੍ਰਾਂਟ ਹੁੰਦੇ ਆ ਜੀ। ਰਾਈਟ ਰਿਕੀ ਸਰ, ਪੇ ਆਫਟਰ ਵੀਜ਼ਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿੰਨਾ ਕੁ ਫਰੂਟਫੁਲ ਹੁੰਦਾ ਪੇ ਆਫਟਰ ਵੀਜ਼ਾ ਦਾ ਆਪਸ਼ਨ ਇੱਕ ਸਟੂਡੈਂਟ ਦੇ ਪਰਸਪੈਕਟਿਵ ਤੋਂ? ਦੇਖੋ ਫਰੂਟਫੁਲ ਤਾਂ ਦੋਨਾਂ ਦੇ ਵਿੱਚ ਹੀ ਹੈ। ਤੁਸੀਂ ਅਗਰ ਐਲੀਜੀਬਲ ਹੈਗੇ ਹੋ, ਲਾਈਕ ਤੁਹਾਡੇ ਕੋਲ ਇੰਨਾ ਕੁ ਬਜਟ ਹੈਗਾ, ਖੁਦ ਲਗਾ ਸਕਦੇ ਹੋ, ਪਹਿਲੇ ਕਰ ਸਕਦੇ ਹੋ। ਵੀਜ਼ਾ ਆਊਟਕਮ 'ਚ ਕੋਈ ਡਿਫਰੈਂਟ ਨਹੀਂ ਹੈ। ਅਗਰ ਤੁਸੀਂ ਪੈਕੇਜ ਵੀ ਕਰਦੇ ਹੋ ਤਾਂ ਵੀ ਵੀਜ਼ਾ ਆਊਟਕਮ 'ਚ ਕੋਈ ਡਿਫਰੈਂਟ ਨਹੀਂ। ਇੱਕ ਨਾ ਧਾਰਨਾ ਬਣ ਗਈ ਲੋਕਾਂ ਦੀ ਕਿ ਪੈਕੇਜ ਕਰੋਗੇ ਵੀਜ਼ਾ ਮਿਲ ਜੂਗਾ, ਬਟ ਫੀਸ ਅਗਰ ਟ੍ਰਾਂਸਫਰ ਹੁੰਦੀ ਹੈ, ਚਾਹੇ ਉਹ ਤੁਸੀਂ ਕਰਤੀ ਹੈ, ਏਜੰਟ ਨੇ ਕਰਤੀ, ਉਹ ਤਾਂ ਜਾਣੀ ਹੈ। ਲੋਕਾਂ ਨੂੰ ਇੱਕ ਨਾ ਦਿਮਾਗ 'ਚ ਇੱਕ ਚੀਜ਼ ਪਾਏਗੀ, ਪੈਕੇਜ ਕਰ ਲਿਆ ਵੀਜ਼ਾ ਮਿਲ ਜੂਗਾ। ਇਹ ਕਿਤੇ ਨਹੀਂ ਲਿਖਿਆ ਕਿ ਅੱਜ ਮੈਂ ਪੈਕੇਜ ਕੀਤਾ ਬੱਚੇ ਦੇ ਨਾਲ, ਐਮਬੈਸੀ ਆਫਿਸਰ ਨੂੰ ਇਹਨੂੰ ਵੀਜ਼ਾ ਦੇ ਦਿਓ। ਠੀਕ ਹੈ। ਫਰਕ ਇੰਨਾ ਕਿ ਕਿ ਅੱਜ ਬੱਚਾ ਚਾਹੁੰਦਾ ਕਿ ਮੈਂ ਆਪਣੇ ਪੈਸੇ ਨਾ ਵੇਸਟ ਕਰ ਲਾਂ, ਕਿ ਕੱਲ ਨੂੰ ਰਿਫਿਊਜ਼ਲ ਹੁੰਦੀ ਹੈ, ਫੀਸਿਸ ਕੱਟ ਕੇ ਆਣਗੇ, ਮੈਨੂੰ ਨੁਕਸਾਨ ਨਾ ਆਵੇ। ਵੀਜ਼ੇ ਤੋਂ ਬਾਅਦ ਮੈਂ ਪੈਸੇ ਦੇ ਦੂੰਗਾ। ਜੇ ਕੋਈ ਬੰਦਾ ਲਾ ਰਿਹਾ 10-20-30 ਹਜ਼ਾਰ, ਅਗਰ ਆਪਣਾ ਲੈਂਦਾ ਵੀ ਹੈ, ਵੀਜ਼ੇ ਤੋਂ ਬਾਅਦ ਲੈਂਦਾ, ਇਹ ਫਰਕ ਔਰ ਉਹਦੇ 'ਚ ਕੋਈ ਫਰਕ ਨਹੀਂ ਹੈ। ਸਿੰਗਲ ਐਪਲੀਕੇਸ਼ਨ ਹੈ ਜਾਂ ਸਪਾਊਸ ਐਪਲੀਕੇਸ਼ਨ ਹੈ, ਫੀਸਿਸ ਆਪ ਵੀ ਕਰਦੇ ਹੋ, ਵੀਜ਼ਾ ਦੇ ਉੱਤੇ ਕੋਈ ਇੰਪੈਕਟ ਨਹੀਂ ਪਏਗਾ। ਸੇਮ ਪੈਕੇਜ ਕਰਦੇ ਹੋ, ਵੀਜ਼ਾ ਤੇ ਕੋਈ ਇੰਪੈਕਟ ਨਹੀਂ ਪਏਗਾ। ਵੀਜ਼ਾ ਤੇ ਇੰਪੈਕਟ ਪਏਗਾ ਤੁਹਾਡੇ ਐਜੂਕੇਸ਼ਨ ਕੰਸਲਟੈਂਟ ਦੀ ਚੋਣ ਨਾਲ, ਤੁਹਾਡੇ ਕੋਰਸ ਰੈਲੀਵੈਂਟ ਦੀ ਚੋਣ ਦੇ ਨਾਲ, ਤੇ ਤੁਹਾਡੀ ਫਾਈਲ ਨੂੰ ਐਕਸਪਲੇਨ ਕਰਨ ਦੀ ਐਕਸਪਰਟਿਜ਼ ਦੇ ਨਾਲ। ਰਾਈਟ, ਹੁਣ ਐਜੂਕੇਸ਼ਨ ਐਕਸਪਰਟ ਆਪਾਂ ਚੁਣਨਾ ਹੈ, ਆਪਾਂ ਇੱਕ ਕਰੀਅਰ ਸਾਡੇ ਨੂੰ ਗਾਈਡੈਂਸ ਦੇਣ ਵਾਲਾ ਇੱਕ ਵਧੀਆ ਚਿਹਰਾ ਚੁਣਨਾ ਜਿਹਨੂੰ ਨੌਲੇਜ ਹੋਵੇ, ਤਾਂ ਕੰਸਲਟੈਂਟ ਦੀ ਚੋਣ ਕਿਹੜੇ ਬੇਸਿਕ ਪੈਰਾਮੀਟਰਸ ਦੇ ਉੱਪਰ ਜਿਹੜੀ ਕੀਤੀ ਜਾਵੇ? ਸਪੋਜ਼ ਮੈਂ ਜਾਂ ਸਾਡੇ ਆਡੀਅנס ਹੈ ਕੰਸਲਟੈਂਟ ਚੁਣਨ ਜਾ ਰਹੇ ਨੇ ਅੱਜ, ਉਹ ਤਾਂ ਕੀ ਚੀਜ਼ਾਂ ਦੇ ਉੱਪਰ ਫੋਕਸ ਕਰੇ ਤਾਂ ਕਿ ਇੱਕ
ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਾ ਕਰਨਾ ਪਵੇ, ਬਟ ਹਾਂ ਡੈਸਟੀਨੇਸ਼ਨ ਤੇ ਪਹੁੰਚ ਜਾਣ ਆਪਣੀ ਤੇ। ਦੇਖੋ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਉਹ ਏਜੰਟ ਹੈ ਜਾਂ ਕੰਸਲਟੈਂਟ ਹੈ ਜਾਂ ਉਹਨੂੰ ਕਿੰਨਾ ਕੁ ਐਕਸਪੀਰੀਅੰਸ ਹੈ। ਇਹ ਜਦੋਂ ਸਟੂਡੈਂਟ ਜਾ ਕੇ ਥੜੇ 'ਚ ਚੜੂਗਾ, ਕਿਸੇ ਏਜੰਟ ਜਾਂ ਕੰਸਲਟੈਂਟ ਦੇ ਦਫ਼ਤਰ ਦੇ ਵਿੱਚ ਜਾਊਗਾ, ਉਹਦੇ ਨਾਲ ਰਾਬਤਾ ਕਰੂਗਾ, ਉਹਨੂੰ ਸਵਾਲ ਕਰੂਗਾ। ਅਗਰ ਤੁਹਾਡੇ ਕੰਸਲਟੈਂਟ ਨੂੰ 4 6 10 ਕੋਰਸਿਸ ਦਾ ਪਤਾ ਹੈ, ਕਾਲਜਿਸ ਦਾ ਪਤਾ ਹੈ, ਇਨਟੇਕਸ ਦਾ ਪਤਾ, ਕੋਰਸ ਰੈਲੀਵੈਂਸੀ ਬਾਰੇ ਤੁਹਾਨੂੰ ਦੱਸਦਾ ਜਾਂ ਐਪਲੀਕੇਸ਼ਨ ਦੇ ਉੱਤੇ ਤੁਹਾਨੂੰ ਰਾਈਟ ਨੌਲੇਜ ਦਿੰਦਾ, ਉਹ ਕੰਸਲਟੈਂਟ ਸਿਲੈਕਸ਼ਨ ਸਟੂਡੈਂਟ ਖੁਦ ਕਰੇਗਾ। ਅੱਜ ਤੁਸੀਂ ਕੱਪੜੇ ਲੈਣ ਵੀ ਜਾਂਦੇ ਹੋ ਨਾ, 10 ਜਗ੍ਹਾ ਤੇ ਜਾਂਦੇ ਹੋ, ਸਟਫ ਵੀ ਲੋਕ ਆਪ ਦੇਖਦੇ ਨੇ, ਪ੍ਰਾਈਜ਼ਸ ਵੀ ਲੋਕ ਆਪ ਦੇਖਦੇ ਨੇ, ਪਸੰਦ ਵੀ ਲੋਕ ਆਪ ਦੇਖਦੇ, ਕੰਪੇਅਰ ਕਰਕੇ ਸਿਲੈਕਸ਼ਨ ਵੀ ਆਪ ਕਰਦੇ ਆ। ਸੋ ਜਦੋਂ ਗੱਲ ਲਾਈਫ ਦੀ ਆਂਦੀ ਨਾ, ਉਦੋਂ ਅੱਖਾਂ ਬੰਦ ਨਾ ਕਰੋ, ਠੀਕ ਹੈ। ਸੋ ਉਦੋਂ ਵੀ ਤੁਸੀਂ 4 6 ਜਣਿਆਂ ਦੇ ਕੋਲ ਜਾਓ, ਉੱਥੇ ਦੇਖੋ ਕਿ ਤੁਹਾਡੇ ਸਵਾਲਾਂ ਦੇ ਰਾਈਟ ਜਵਾਬ ਮਿਲਦੇ ਆ, ਕਿ ਜੋ ਸਵਾਲ ਕੀਤੇ ਆ ਤੁਸੀਂ, ਏਜੰਟ ਤੁਹਾਡਾ ਨਹੀਂ ਨੌਲੇਜ ਰੱਖਦਾ, ਤੁਹਾਨੂੰ 4 6 10 ਏਰੀਆ ਬਾਰੇ, 4 6 10 ਕਾਲਜਿਸ ਬਾਰੇ ਔਰ ਕੋਰਸਿਸ ਬਾਰੇ ਦੱਸਦਾ। ਜਿਹੜਾ ਕੰਸਲਟੈਂਟ ਦੱਸਦਾ ਉਹਦੀ ਚੋਣ ਕਰ ਸਕਦੇ ਹੋ। ਔਰ ਸੈਕਿੰਡ ਚੀਜ਼, ਜਿਹੜੇ ਕੰਸਲਟੈਂਟ ਦੀ ਚੋਣ ਕਰਨ ਜਾ ਰਹੇ ਹੋ, ਕੀ ਉਸ ਏਜੰਟ ਨੇ ਉਹ ਕੰਟਰੀ ਦੇ ਪਹਿਲੇ ਵੀਜ਼ੇ ਲਵਾਏ ਆ, ਜਾਂ 1-2 ਵੀਜ਼ਾ ਨਾਲ ਤੇ ਨਹੀਂ ਉਹੀ ਦਿਖਾਈ ਜਾਂਦਾ ਸਾਰਿਆਂ ਨੂੰ। ਨੰਬਰ ਆਫ ਵੀਜ਼ਾ ਜਿਹਦੇ ਕੋਲ ਹੈਗੇ ਆ, ਨੌਲੇਜ ਵੱਲੋਂ ਅਗਰ ਤੁਹਾਨੂੰ ਕੋਈ ਸੈਟੀਸਫਾਈ ਕਰ ਰਿਹਾ, ਔਰ ਖੁਦ ਵੀ ਰਿਸਰਚ ਕਰੋ ਕਾਲਜਿਸ ਦੀ ਵੈਬਸਾਈਟ ਤੇ, ਐਮਬੈਸੀ ਦੀ ਵੈਬਸਾਈਟ ਦੇ ਉੱਤੇ, CIC ਵੈਬਸਾਈਟ ਦੇ ਉੱਪਰ ਜਾ ਕੇ ਦੇਖੋ ਕਿ ਜੋ ਮੈਨੂੰ ਨੌਲੇਜ ਮਿਲੀ ਹੈ ਉਹ ਐਜ਼ ਪਰ ਗਵਰਨਮੈਂਟ ਜਾਂ ਐਜ਼ ਪਰ ਕਾਲਜ ਮੈਚ ਕਰਦੀ ਹੈ, ਨਹੀਂ ਕਰਦੀ। ਅਗਰ ਕਰਦੀ ਹੈ ਦੈਨ ਉਹ ਕੰਸਲਟੈਂਟ ਤੇ ਤੁਸੀਂ ਬਿਲੀਵ ਕਰ। ਬਹੁਤ ਸਾਰੇ ਸਟੂਡੈਂਟ ਐਸੇ ਨੇ ਜਿਹੜੇ ਅੱਜ ਦੀ ਤਰੀਕ 'ਚ ਵੀ ਸੈਲਫ ਸਟੱਡੀ ਨਹੀਂ ਕਰਦੇ ਹੈਗੇ, ਤੇ ਪਰ ਸੈਲਫ ਸਟੱਡੀ ਕਰਨਾ ਤਾਂ ਬਹੁਤ ਜ਼ਰੂਰੀ ਹੈ ਕਿ ਸਰ ਬਿਨਾਂ ਸੈਲਫ ਸਟੱਡੀ ਦੇ ਤੁਸੀਂ ਨਹੀਂ ਪਹੁੰਚ ਸਕਦੇ। ਬਿਲਕੁਲ ਜੀ। ਸੋ ਦੇਖੋ, ਇੱਕ ਐਗਜ਼ਾਮਪਲ ਮੈਂ ਕੱਪੜੇ ਦੀ ਦੇਤੀ ਹੈ, ਦੂਸਰੀ ਐਗਜ਼ਾਮਪਲ ਦੇਣਾ, ਤੁਸੀਂ ਕੋਈ ਕਾਰ ਖਰੀਦਦੇ ਹੋ, 2-4 ਸ਼ੋਰੂਮ 'ਚ ਜਾਂਦੇ ਹੋ, ਪਹਿਲਾਂ ਆਪ ਦੇਖਣਾ ਪੈਂਦਾ ਹੈ। ਸੋ ਗੱਲ ਕੀ ਹੈ ਕਿ ਉਹ ਚੀਜ਼ ਨਾ ਦਿਲ ਨੂੰ ਪਿਆਰ ਹੈ। ਅੱਜ ਜਿਹੜਾ ਬੰਦਾ ਸਟੂਡੈਂਟ ਹੈ, ਪੜ੍ਹਨਾ ਚਾਹੁੰਦਾ ਹੈ, ਉਹ ਰਿਸਰਚ ਕਰੇਗਾ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਪੁਨੀਤ ਭਾਈ ਦੇ ਕਿਡ ਦੀ ਐਡਮਿਸ਼ਨ ਕਰਾਣੀ ਸੀਗੀ, ਇੱਕ ਕੈਰੀਅਰ ਕਾਉਂਸਲਰਸ ਹੁੰਦੇ ਆ, ਮਹਾਰਾਸ਼ਟਰ ਤੋਂ ਇੱਕ ਹਾਇਰ ਕੀਤਾ, ਦਿੱਲੀ ਤੋਂ ਇੱਕ ਹਾਇਰ ਕੀਤਾ, ਆਪਦੀ ਫੀਸ 10-10 ਲੱਖ ਰੁਪਈਆ। ਉਹ ਬੱਚੇ ਦੇ ਨਾਲ 3 ਮਹੀਨੇ ਰਹੇ, ਬੱਚਾ ਕੀ ਖਾਂਦਾ, ਕਿੰਨੇ ਪਰਸੈਂਟੇਜ ਆ ਰਹੇ ਆ, ਐਕਸਪਰਟ ਉਹ ਕਿਹੜੀਆਂ ਚੀਜ਼ਾਂ ਦੇ ਵਿੱਚ ਹੈਗਾ, ਇੰਟਰਸਟ ਕਿਹੜੀ ਚੀਜ਼ਾਂ ਦੇ ਵਿੱਚ, ਸਪੋਰਟਸ ਐਕਟੀਵਿਟੀਜ਼ ਉਹਦੀਆਂ ਕੀ ਹੈ। 3 ਮਹੀਨੇ ਉਹਨਾਂ ਨੇ ਬੱਚੇ ਨੂੰ ਐਨਾਲਾਈਜ਼ ਕੀਤਾ, ਇੰਟਰਸਟ ਕੀ ਹੈ, ਪੜ੍ਹਦਾ ਕੀ ਹੈ, ਕਿਹੜੇ ਪੜ੍ਹਾਈ 'ਚ ਜ਼ਿਆਦਾ ਮਾਰਕਸ ਨੇ, ਕਿਹਦੇ 'ਚ ਲੋ ਜਾ ਰਿਹਾ, ਉਹਦਾ ਡੇ ਸ਼ਡਿਊਲ ਕੀ ਹੈਗਾ, ਉਹਦੇ ਅਕੋਰਡਿੰਗਲੀ ਉਹਨਾਂ ਨੇ ਕੰਟਰੀਜ਼ ਨੂੰ ਲਿਆਂਦਾ, ਉਹਦੇ ਅਕੋਰਡਿੰਗ ਉਹਨਾਂ ਨੇ ਕੋਰਸਿਸ ਨੂੰ ਲਿਆਂਦਾ। ਫਿਰ 3 ਮਹੀਨਿਆਂ ਬਾਅਦ ਉਹਨਾਂ ਨੇ ਆਊਟਕਮ ਦਿੱਤੀ ਹੈ ਜੀ, ਆਹ ਬੱਚੇ ਦਾ ਆਹ ਕੰਟਰੀ 'ਚ, ਆਹ ਯੂਨੀਵਰਸਿਟੀ 'ਚ ਆਹ ਕੋਰਸ ਕਰਾਓਗੇ, ਆਹ ਬੈਨੀਫਿਟ ਮਿਲਣਗੇ। ਤਾਂ ਫਿਲਹਾਲ ਇਜਾਜ਼ਤ ਦਿਓ ਜੀ, ਰੱਖੋ ਧਿਆਨ, ਧੰਨਵਾਦ, ਸਤਿ ਸ਼੍ਰੀ ਅਕਾਲ।